ਹੈਲੋ ਸਟੂਡੈਂਟਸ, ਅੱਜ ਜਿਹੜੀ ਹੈ ਮੈਂ ਤੁਹਾਡੇ ਨਾਲ ਨਵੀਂ ਸਟੋਰੀ ਦੇ ਕੁਐਸਚਨ ਆਨਸਰਸ ਕਰਨ ਲਈ ਆਈ ਹਾਂ। ਸਟੋਰੀ ਦਾ ਨਾਮ ਹੈ ਜ਼ੀਨਤ ਆਪਾ। ਜ਼ੀਨਤ ਆਪਾ ਜਿਹੜੀ ਕਿ ਕਰਤਾਰ ਸਿੰਘ ਦੁੱਗਲ ਨੇ ਕਹਾਣੀ ਲਿਖੀ ਹੈ। ਇਹਦੇ ਕੁਐਸਚਨ ਆਨਸਰਸ ਜਿਹੜੇ ਆ ਉਹਦੇ ਬਾਰੇ ਅੱਜ ਵਿਚਾਰ ਚਰਚਾ ਕਰਨੀ ਹੈ। ਇਹਦੇ ਵਿੱਚ ਤੁਹਾਡੀ ਜਿਹੜੀ ਬੇਟਾ ਬੁੱਕ ਹੈਗੀ ਹੈ ਗ੍ਰੀਨ ਬੁੱਕ, ਉਹਦੇ ਵਿੱਚ 2 ਪੈਰਾਗ੍ਰਾਫਸ ਆਲਰੇਡੀ ਉਹਨਾਂ ਨੇ ਸੋਲਵ ਕਰਕੇ ਦਿੱਤੇ ਹੋਏ ਆ, ਜਿਹੜੇ ਕਿ ਪੇਪਰਾਂ ਦੀ ਦ੍ਰਿਸ਼ਟੀ ਤੋਂ ਕਾਫੀ ਇੰਪੋਰਟੈਂਟ ਹੈਗੇ ਆ। ਅਤੇ ਇਹ ਦੋਨੋਂ ਪੈਰਾਗ੍ਰਾਫਸ ਤੁਸੀਂ ਕਰਨੇ ਆ। ਪਰ ਇੱਕ ਚੀਜ਼ ਇਹਦੇ 'ਚ ਸਮਝ ਲਓ ਕਿ ਜਿੱਦਾਂ ਉਹਨਾਂ ਨੇ ਤੁਹਾਨੂੰ ਪਹਿਲਾਂ 17 ਦਿੱਤੀਆਂ ਆ, ਇਹ ਪੇਜ ਨੰਬਰ ਹੈਗਾ ਆ 21 ਦੇ ਉੱਪਰ ਹੈ। ਅਤੇ ਫਿਰ ਜ਼ੀਨਤ ਦਾ ਵਿਆਹ ਕਰ ਦਿੱਤਾ ਗਿਆ, ਜਿਵੇਂ ਅਰਸ਼ਾਂ ਵਿੱਚ ਉੱਡ ਰਹੇ ਕਿਸੇ ਪੰਛੀ ਨੂੰ ਹੇਠ ਧਰਤੀ ਉੱਤੇ ਪਟਕਾ ਦਿੱਤਾ ਜਾਵੇ। ਠੀਕ ਹੈ, ਹੁਣ ਇਹਦੇ ਵਿੱਚ ਉਹਨਾਂ ਨੇ ਨਾ ਪਹਿਲਾ ਜਿਹੜਾ ਸਵਾਲ ਪੁੱਛਿਆ ਆ, ਇਹ 17 ਕਿਸ ਕਹਾਣੀ ਵਿੱਚੋਂ ਲਈਆਂ ਗਈਆਂ ਹਨ। ਹੁਣ ਤੁਸੀਂ ਜਦੋਂ ਇਹ ਲਿਖਣਾ ਹੈ ਨਾ ਕਿ ਇਹ 17 ਆਧੁਨਿਕ ਨਿੱਕੀ ਕਹਾਣੀ ਜ਼ੀਨਤ ਆਪਾ ਵਿੱਚੋਂ ਲਈਆਂ ਗਈਆਂ ਹਨ, ਤਾਂ ਇਹਦੇ ਨਾਲ ਜਿਹੜਾ ਹੈ ਨਾ ਤੁਸੀਂ ਥੋੜ੍ਹਾ ਜਿਹਾ 2-4 ਲਾਈਨਾਂ ਲਿਖੋਗੇ ਆਪਣਾ ਕਿ ਜ਼ੀਨਤ ਆਪਾ ਕਹਾਣੀ ਦੇ ਵਿੱਚ ਦੱਸਿਆ ਕੀ ਗਿਆ ਆ, ਤਾਂ ਕਿ ਤੁਹਾਡਾ ਜਿਹੜਾ ਕੁਐਸਚਨ ਹੈ ਉਹ ਥੋੜ੍ਹਾ ਜਿਹਾ ਰੈਲੇਵੈਂਟ ਲੱਗੇ, ਸਹੀ ਲੱਗੇ। ਸੋ ਇਹਦੇ ਵਿੱਚ ਤੁਸੀਂ ਨਾਲ ਜ਼ੀਨਤ ਆਪਾ ਕਹਾਣੀ ਦਾ ਥੋੜ੍ਹਾ ਜਿਹਾ ਵਿਸ਼ਾ ਜਾਂ ਜ਼ੀਨਤ ਆਪਾ ਕਹਾਣੀ ਵਿੱਚ ਕਿਹੋ ਜਿਹੀ ਲੜਕੀ ਦਾ ਬਿਆਨ ਕੀਤਾ ਗਿਆ ਨਾ, ਉਹ ਤੁਸੀਂ ਲਿਖਣਾ ਹੈ। ਜਿਵੇਂ ਤੁਸੀਂ ਇਹਦੇ ਵਿੱਚ ਲਿਖ ਸਕਦੇ ਆ ਕਿ ਜ਼ੀਨਤ ਆਪਾ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ ਜਿਸ ਨੇ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਨਿਭਾਉਣ ਦੀ ਖਾਤਰ ਆਪਣੀ ਨਿੱਜੀ ਖੁਸ਼ੀਆਂ ਨੂੰ ਤਿਆਗ ਦਿੱਤਾ। ਹੁਣ ਇਹਦੇ ਵਿੱਚ ਉਹਦੇ ਪਰਿਵਾਰਿਕ ਰਿਸ਼ਤੇ ਕਿਹੋ ਜਿਹੇ ਸੀ? ਉਹ ਇੱਕ ਚੰਗੀ ਧੀ ਸੀ, ਇੱਕ ਚੰਗੀ ਭੈਣ ਸੀ, ਇੱਕ ਚੰਗੀ ਮਾਂ ਸੀ। ਸੋ ਉਹਨਾਂ ਰਿਸ਼ਤਿਆਂ ਨੂੰ ਨਿਭਾਉਣ ਦੀ ਖਾਤਰ ਉਹਨੇ ਆਪਣੀਆਂ ਨਿੱਜੀ ਖੁਸ਼ੀਆਂ ਨੂੰ ਕੁਰਬਾਨ ਕਰ ਦਿੱਤਾ ਸੀ, ਕਿਉਂਕਿ ਉਹਨੇ ਆਪਣੇ ਅੱਬਾ ਦੀ ਇੱਜ਼ਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਅਜਿਹੇ ਰਿਸ਼ਤੇ ਨੂੰ ਸਵੀਕਾਰ ਕੀਤਾ ਸੀ ਜਿਹੜਾ ਕਿ ਉਹਦੇ ਨਾਲ ਬਿਲਕੁਲ ਹੀ ਬੇਮੇਲ ਸੀ। ਪਰ ਫਿਰ ਵੀ ਉਹਨੇ ਆਪਣੇ ਅੱਬਾ ਦੀ ਖੁਸ਼ੀ ਤੇ ਇੱਜ਼ਤ ਦੀ ਖਾਤਰ ਇੱਕ ਅਜਿਹੇ ਰਿਸ਼ਤੇ ਨੂੰ ਸਵੀਕਾਰ ਕੀਤਾ ਤੇ ਉਹਨੇ ਆਪਣੇ ਜਿਹੜੇ ਸੀ ਹਰ ਰਿਸ਼ਤੇ ਨੂੰ ਬਾਖੂਬੀ ਨਿਭਾਇਆ। ਉਹ ਇੱਕ ਚੰਗੀ ਭੈਣ ਵੀ ਸਾਬਿਤ ਹੋਈ, ਜਿਸ ਨੇ ਆਪਣੇ ਭਰਾ ਦੀ ਖੁਸ਼ੀ ਲਈ ਆਪਣੀ ਨਿੱਜੀ ਤੌਰ 'ਤੇ ਜੋੜੇ ਹੋਏ ਪੈਸਿਆਂ ਨੂੰ ਭਰਾ ਦੀ ਖੁਸ਼ੀ ਲਈ ਕੁਰਬਾਨ ਕੀਤਾ। ਉਹ ਇੱਕ ਚੰਗੀ ਮਾਂ ਸਾਬਿਤ ਹੋਈ ਆ, ਕਿਉਂਕਿ ਉਹਨੇ ਆਪਣੇ ਪਤੀ ਦੇ ਜਿਹੜੇ ਮਾੜੀਆਂ ਆਦਤਾਂ ਸੀ ਉਹਦਾ ਸਾਇਆ ਆਪਣੇ ਬੱਚਿਆਂ ਦੇ ਉੱਪਰ ਨਹੀਂ ਪੈਣ ਦਿੱਤਾ। ਸੋ ਜ਼ੀਨਤ ਆਪਾ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ ਜਿਸ ਨੇ ਹਰ ਰਿਸ਼ਤੇ ਨੂੰ ਬਾਖੂਬੀ ਨਿਭਾਇਆ। ਬੇਸ਼ੱਕ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਸੀ, ਆਪਣੇ ਰਿਸ਼ਤੇ ਤੋਂ ਜਾਂ ਆਪਣੇ ਵਿਆਹਿਕ ਜੀਵਨ ਤੋਂ ਖੁਸ਼ ਨਹੀਂ ਸੀ, ਪਰ ਫਿਰ ਵੀ ਉਹਨੇ ਜਿਹੜਾ ਹੈ ਹਰ ਰਿਸ਼ਤੇ ਨੂੰ ਬਾਖੂਬੀ ਨਿਭਾਇਆ ਅਤੇ ਆਪਣੀ ਨਿੱਜੀ ਖੁਸ਼ੀਆਂ ਨੂੰ ਤਿਆਗ ਕੇ ਇੱਕ ਚੰਗੀ ਮਾਂ ਹੋਣ ਦਾ ਸਬੂਤ ਦਿੱਤਾ। ਸੋ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਇਸ ਆਨਸਰ ਨੂੰ ਨਾਲ ਬਣਾ ਸਕਦੇ ਆ। ਦੂਸਰਾ ਉਹਨਾਂ ਨੇ ਜਿਹੜਾ ਹੈ ਦੱਸਿਆ ਕਿ ਇਹਨਾਂ 17 ਵਿੱਚ ਪੰਛੀ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਤੇ ਕਿਉਂ। ਇਹ ਆਲਰੇਡੀ ਆਨਸਰ ਜਿਹੜਾ ਹੈ ਤੁਹਾਡੀ ਬੁੱਕ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਆ। ਠੀਕ ਹੈ, ਇਹ ਵੀ ਸੋਲਵਡ ਹੈ। ਉਸ ਤੋਂ ਬਾਅਦ ਦੇਖੋ ਜਿਹੜਾ ਹੈ ਪੈਰਾਗ੍ਰਾਫ ਆਲਰੇਡੀ ਉਹਨਾਂ ਨੇ ਸੋਲਵ ਹੀ ਕਰਕੇ ਦਿੱਤਾ ਆ। ਸੋ ਆਪਾਂ ਜਿਹੜਾ ਹੈ ਤੀਸਰਾ ਪੈਰਾਗ੍ਰਾਫ ਕਰਾਂਗੇ ਜਿਹੜਾ ਕਿ ਤੁਹਾਡੀ ਬੁੱਕ ਦੇ ਵਿੱਚ ਅਨਸੋਲਵਡ ਹੈ। ਇਸ ਤੋਂ ਇਲਾਵਾ 1-2 ਕੁਐਸਚਨ ਹੋਰ ਵੀ ਇਹਦੇ ਵਿੱਚ ਇੰਪੋਰਟੈਂਟ ਹੈਗੇ ਜਿਹੜੇ ਤੁਹਾਨੂੰ ਮੈਂ ਦੱਸੂਗੀ। ਕੋਈ ਪੈਰਾਗ੍ਰਾਫ ਨੰਬਰ 3 ਦੇਖੋ। ਨੰਬਰਦਾਰ ਪਿਓ ਦੀ ਹਵੇਲੀ ਨੂੰ ਜਦੋਂ ਜ਼ੀਨਤ ਵੱਡੀ ਹੋਈ, ਲੋਕਾਂ ਨੇ ਜ਼ੀਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ। ਸੋ ਪਹਿਲਾ ਇਹਦੇ 'ਚ ਪ੍ਰਸ਼ਨ ਹੈਗਾ, ਇਹ 17 ਕਿਸ ਕਹਾਣੀ ਵਿੱਚੋਂ ਲਈਆਂ ਗਈਆਂ ਹਨ। ਸੋ ਸੇਮ ਉਹੀ ਕੁਐਸਚਨ ਆ ਗਿਆ। ਇਹ 'ਚ ਤੁਸੀਂ ਦੱਸਣਾ ਆ ਕਿ ਇਹ 17 ਜ਼ੀਨਤ ਆਪਾ ਕਹਾਣੀ ਵਿੱਚੋਂ ਲਈਆਂ ਗਈਆਂ ਹਨ, ਜੋ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ ਜਿਸ ਨੇ ਆਪਣੇ ਰਿਸ਼ਤਿਆਂ ਨੂੰ ਨਿਭਾਉਣ ਦੇ ਲਈ ਆਪਣੀਆਂ ਨਿੱਜੀ ਭਾਵਨਾਵਾਂ ਨੂੰ ਤਿਆਗਿਆ, ਆਪਣੀਆਂ ਨਿੱਜੀ ਖੁਸ਼ੀਆਂ ਦੀ ਕੁਰਬਾਨੀ ਦਿੱਤੀ ਤੇ ਹਰ ਰਿਸ਼ਤੇ ਨੂੰ ਉਸਨੇ ਬਾਖੂਬੀ ਨਿਭਾਇਆ ਹੈ। ਇਸ ਕਹਾਣੀ ਦੇ ਵਿੱਚ ਉਹ ਇੱਕ ਚੰਗੀ ਮਾਂ, ਇੱਕ ਚੰਗੀ ਭੈਣ ਤੇ ਇੱਕ ਚੰਗੀ ਧੀ ਸਾਬਿਤ ਹੋਈ ਹੈ। ਇਸ ਤਰ੍ਹਾਂ ਤੁਸੀਂ ਇਸ ਆਨਸਰ ਨੂੰ ਬਣਾਓਗੇ। ਦੂਸਰਾ ਹੈ, ਜ਼ੀਨਤ ਕਿਹੋ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੀ ਸੀ। ਸੋ ਬੇਟੇ ਇਹ 'ਚ ਤੁਹਾਡਾ ਜਿਹੜਾ ਹੈ ਲਾਈਨਾਂ 'ਚ ਸਾਫ਼ ਲਿਖਿਆ ਹੋਇਆ ਆ ਕਿ ਜ਼ੀਨਤ ਜਿਹੜੀ ਹੈ ਉਹ ਨੰਬਰਦਾਰ, ਜਿਹੜੇ ਨੰਬਰਦਾਰ ਹੈ ਨਾ ਉਹ ਪਿੰਡ ਦੇ ਵਿੱਚ ਹੁੰਦੇ ਆ। ਨੰਬਰਦਾਰ ਤੇ ਲੰਬੜਦਾਰ ਇੱਕੋ ਹੀ ਹੈ, ਜਿਹੜੇ ਕਿ ਆਮ ਕਰਕੇ ਜ਼ਮੀਨਾਂ ਦੇ ਲੈਣ ਦੇਣ ਦੇ ਵਿੱਚ ਕੰਮ ਕਰਦੇ ਆ। ਠੀਕ ਹੈ, ਸੋ ਇਹਨਾਂ ਦੀ ਜਿਹੜੀ ਹੈ ਗਵਾਹੀ ਪੈਂਦੀ ਆ। ਸੋ ਤੁਸੀਂ ਦੱਸਣਾ ਆ ਕਿ ਜਿਹੜਾ ਹੈ ਜ਼ੀਨਤ ਲੰਬੜਦਾਰ
ਪਿਓ ਦੀ ਧੀ ਸੀ। ਉਹ ਨੰਬਰਦਾਰ ਜਿਹੜੇ ਹੈ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ। ਉੱਚੇ ਖਾਨ ਦੇ ਨਾਲ ਉਹਦਾ ਸੰਬੰਧ ਸੀ। ਉਹ ਮਾਪਿਆਂ ਦੀ ਕੱਲੀ ਕੱਲੀ ਧੀ ਤੇ ਆਪਣੇ ਭਰਾਵਾਂ ਦੀ ਕੱਲੀ ਕੱਲੀ ਭੈਣ ਸੀ। ਇਸ ਕਰਕੇ ਜਿਹੜੀ ਜ਼ੀਨਤ ਹੈ ਉਹ ਲਾਡਲੀ ਸੀ। ਲਾਡਲੀ ਹੋਣ ਕਰਕੇ ਉਹ ਘਰਦਿਆਂ ਦੀ ਤੇ ਪਿੰਡ ਦੀ ਸਾਰਿਆਂ ਦੀ ਹੀ ਲਾਡਲੀ ਸੀ, ਕਿਉਂਕਿ ਜਿਹੜੀ ਜ਼ੀਨਤ ਹੈ ਉਹ ਜਿੱਥੇ ਵੀ ਜਾਂਦੀ ਸੀ ਉਹ ਖੁਸ਼ੀਆਂ ਹੀ ਖਲੇਰਦੀ ਸੀ। ਸੋ ਜ਼ੀਨਤ ਜਿਹੜੀ ਹੈ ਉਹ ਪਿੰਡ ਦੇ ਵਿੱਚ ਉਹਦਾ ਬਾਪੂ ਜਿਹੜਾ ਹੈ ਉਹ ਲੰਬੜਦਾਰ ਸੀ, ਔਰ ਜ਼ੀਨਤ ਜਿਹੜੀ ਹੈ ਉਹ ਲੰਬੜਦਾਰ ਪਿਓ ਦੀ ਕੱਲੀ ਕੱਲੀ ਧੀ ਸੀ। ਇਹ ਲਿਖੋਗੇ ਇਹਦੇ 'ਚ। ਅੱਗੇ ਹੈ ਉਸ ਦੇ ਪਿਓ ਦੀ ਹਵੇਲੀ ਨੂੰ ਲੋਕਾਂ ਨੇ ਜ਼ੀਨਤ ਦੀ ਹਵੇਲੀ ਕਿਉਂ ਸੱਦਣਾ ਸ਼ੁਰੂ ਕਰ ਦਿੱਤਾ ਸੀ। ਇਹ 'ਚ ਨਾ ਤੁਸੀਂ ਬੇਟਾ ਜ਼ੀਨਤ ਦੇ ਜਿਹੜੇ ਆ ਦੋ ਇਹ 'ਚ ਪੱਖ ਲਿਖਣੇ ਆ। ਪਹਿਲੀ ਗੱਲ ਤਾਂ ਇਹ ਆ ਕਿ ਜ਼ੀਨਤ ਜਿਹੜੀ ਹੈ ਨਾ ਉਹ ਸਾਰੇ ਪਿੰਡ ਦੀ ਲਾਡਲੀ ਸੀ। ਕਿਉਂ? ਕਿਉਂਕਿ ਜ਼ੀਨਤ ਜਿੱਥੇ ਵੀ ਜਾਂਦੀ ਸੀ ਨਾ ਉੱਥੇ ਖੁਸ਼ੀਆਂ ਖਲੇਰਦੀ ਸੀ। ਜਿਸ ਵੀ ਵਿਹੜੇ ਦੇ ਵਿੱਚ ਖਲੋਂਦੀ ਸੀ ਉਹਨੂੰ ਜਿਹੜਾ ਹੈ ਖੁਸ਼ੀਆਂ ਦੇ ਨਾਲ ਭਰ ਦਿੰਦੀ ਸੀ। ਜਿੱਥੇ ਵੀ ਉਹ ਜਾਂਦੀ ਸੀ ਉਹਦੀਆਂ ਲੱਖ ਲੱਖ ਖਾਤਰਾਂ ਹੁੰਦੀਆਂ ਸੀ। ਜਿਹੜੇ ਪਿੰਡ ਦੇ ਲੋਕ ਸੀ ਉਹਨੂੰ ਪਤਾ ਸੀ ਕਿ ਜ਼ੀਨਤ ਜਿਹੜੀ ਹੈ ਉਹ ਖਾਣ ਪੀਣ ਦੀ ਬਹੁਤ ਸ਼ੌਕੀਨ ਹੈ। ਇਸ ਕਰਕੇ ਜਿਹੜੀ ਹੈ ਜ਼ੀਨਤ ਲਈ ਖਾਸ ਤੌਰ 'ਤੇ ਖੱਟੇ ਮਿੱਠੇ ਬੇਰ, ਸੱਤੂ ਤੇ ਬੌਲੀ ਸਾਂਭ ਕੇ ਰੱਖੀ ਜਾਂਦੀ ਸੀ। ਨੱਚਣ ਗਾਉਣ ਦੀ ਸ਼ੌਕੀਨ ਸੀ। ਕੁੜੀਆਂ ਨੂੰ ਇਕੱਠਾ ਕਰ ਲੈਂਦੀ ਸੀ, ਉਹਨਾਂ ਦੇ ਨਾਲ ਮਿਲ ਕੇ ਨੱਚਦੀ ਤੇ ਗਾਉਂਦੀ ਰਹਿੰਦੀ ਸੀ। ਵਿਹੜੇ ਨੂੰ ਖੁਸ਼ੀਆਂ ਦੇ ਨਾਲ ਭਰ ਲੈਂਦੀ ਸੀ ਤੇ ਸਾਰੇ ਘਰ ਦੀ ਤੇ ਪਿੰਡ ਦੀ ਉਹ ਲਾਡਲੀ ਧੀ ਸੀ। ਇਸ ਕਰਕੇ ਜਿੱਦਾਂ ਜਿੱਦਾਂ ਜ਼ੀਨਤ ਵੱਡੀ ਹੋਈ ਲੋਕਾਂ ਨੇ ਜਿਹੜੀ ਹੈ ਨੰਬਰਦਾਰ ਦੀ ਜਿਹੜੀ ਹਵੇਲੀ ਹੈ ਉਸ ਨੂੰ ਜ਼ੀਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਜ਼ੀਨਤ ਜਿਹੜੀ ਹੈ ਉਹ ਪਿੰਡ ਦੀ ਹਰਮਨ ਪਿਆਰੀ ਬੱਚੀ ਸੀ, ਸਾਰਿਆਂ ਦੀ ਲਾਡਲੀ ਸੀ। ਜਿੱਥੇ ਵੀ ਜਾਂਦੀ ਸੀ ਉੱਥੇ ਖੁਸ਼ੀਆਂ ਭਰਦੀ ਸੀ। ਇਸ ਪੈਰੇ ਦੇ ਮੁਤਾਬਕ ਜ਼ੀਨਤ ਕਿਹੋ ਜਿਹੀ ਗੁਣਾਂ ਦੀ ਮਾਲਕ ਸੀ। ਸਭ ਤੋਂ ਪਹਿਲਾਂ ਤਾਂ ਹੈ ਕਿ ਜ਼ੀਨਤ ਜਿਹੜੀ ਹੈ ਉਹ ਸਾਰੇ ਪਿੰਡ ਦੀ ਲਾਡਲੀ ਸੀ। ਠੀਕ ਹੈ। ਨੱਚਣ ਗਾਉਣ ਦੀ ਉਹ ਸ਼ੌਕੀਨ ਸੀ, ਖੁਸ਼ੀਆਂ ਨਾਲ ਭਰ ਦਿੰਦੀ ਸੀ। ਖਾਣ ਪੀਣ ਉਹਨੂੰ ਬਹੁਤ ਚੰਗਾ ਲੱਗਦਾ ਸੀ। ਸੋਹਣੀ ਸੁਨੱਖੀ ਸੀ। ਸ਼ਾਇਦ ਹੀ ਕੋਈ ਇਹੋ ਜਿਹੀ ਕੁੜੀ ਪਿੰਡ ਦੇ ਵਿੱਚ ਸੀ ਜਿੰਨੀ ਕਿ ਸੋਹਣੀ ਜ਼ੀਨਤ ਸੀ। ਇੱਦਾਂ ਲੱਗਦਾ ਸੀ ਕਿ ਜਿਵੇਂ ਨਾ ਕੋਈ ਪਰੀ ਉਤਰ ਕੇ ਧਰਤੀ ਦੇ ਉੱਪਰ ਆ ਗਈ ਹੋਵੇ, ਬਿਲਕੁਲ ਹੀ ਸੁੱਚੇ ਮੋਤੀ ਦੀ ਤਰ੍ਹਾਂ ਅਨਮੋਲ। ਜਿੱਦਾਂ ਆਪਾਂ ਸੁੱਚੇ ਮੋਤੀ ਨੂੰ ਸਾਂਭ ਰੱਖਦੇ ਹਾਂ ਨਾ, ਅਨਮੋਲ ਤੇ ਕੀਮਤੀ ਹੁੰਦਾ ਹੈ, ਉਸੇ ਤਰ੍ਹਾਂ ਜ਼ੀਨਤ ਦੀ ਸੁੰਦਰਤਾ ਵੀ ਜਿਹੜੀ ਹੈ ਨਾ ਸੁੱਚੇ ਮੋਤੀ ਦੀ ਤਰ੍ਹਾਂ ਅਨਮੋਲ ਤੇ ਬਿਲਕੁਲ ਕੀਮਤੀ ਸੀ। ਕੋਈ ਕੁੜੀ ਉਹਦੇ ਵਰਗੀ ਸੋਹਣੀ, ਉੱਚੀ, ਲੰਬੀ, ਲਾਲ ਲਾਲ ਗੱਲਾਂ ਵਰਗੀ ਸ਼ਾਇਦ ਹੀ ਕੋਈ ਹੋਵੇ ਜਿਹੋ ਜਿਹੀ ਜ਼ੀਨਤ ਸੀ। ਔਰ ਵੈਸੇ ਵੀ ਜਿਹੜੀ ਹੈ ਹਸਮੁਖ ਔਰ ਸਾਰੇ ਪਿੰਡ ਦੀ ਲਾਡਲੀ, ਖਾਣ ਪੀਣ ਦੀ ਸ਼ੌਕੀਨ, ਹਰ ਪਾਸੇ ਖੁਸ਼ੀਆਂ ਬਿਖੇਰਨ ਵਾਲੀ, ਨੱਚਣ ਗਾਉਣ ਦੀ ਸ਼ੌਕੀਨ। ਇਸ ਕਰਕੇ ਜ਼ੀਨਤ ਜਿਹੜੀ ਹੈ ਉਹ ਜਿੱਥੇ ਵੀ ਜਾਂਦੀ ਸੀ ਖੁਸ਼ੀਆਂ ਖਲੇਰਦੀ ਸੀ, ਔਰ ਹਰ ਵਿਹੜੇ ਨੂੰ ਉਹ ਖੁਸ਼ੀਆਂ ਦੇ ਨਾਲ ਭਰ ਦਿੰਦੀ ਸੀ। ਠੀਕ ਹੈ। ਇਸ ਵਿੱਚ ਤੁਸੀਂ ਲਿਖਣਾ ਹੈ ਸੋਹਣੀ ਸੁਨੱਖੀ, ਖਾਣ ਪੀਣ ਦੀ ਸ਼ੌਕੀਨ, ਪਿੰਡ ਦੀ ਲਾਡਲੀ, ਨੱਚਣ ਗਾਉਣ ਦੀ ਸ਼ੌਕੀਨ। ਇਹ ਸਾਰੇ ਪੁਆਇੰਟ ਤੁਸੀਂ ਇਹ 'ਚ ਡਿਸਕਸ ਕਰੋਗੇ ਜ਼ੀਨਤ ਬਾਰੇ। ਅੱਗੇ ਹੈ ਜ਼ੀਨਤ ਵਰਗੀ ਕੋਈ ਮਾਂ ਹੋਵੇਗੀ, 7 ਦੇ 7 ਉਹਦੇ ਬੱਚੇ ਸਾਫ ਸੁਥਰੇ, ਸੋਹਣੇ ਸੋਹਣੇ, ਉੱਚੜੇ ਪੁੱਚੜੇ ਜ਼ੀਨਤ ਦੀ ਨੁਹਾਰ ਸਨ। ਉੱਚੜੇ ਪੁੱਚੜੇ ਹੁੰਦਾ ਉੱਚੇ ਲੰਬੇ। ਠੀਕ ਹੈ। ਇਹ 17 ਕਿਸ ਕਹਾਣੀ ਨਾਲ ਸੰਬੰਧ ਰੱਖਦੀਆਂ ਹਨ? ਇਹ 17 ਜਿਹੜੀਆਂ ਆ ਜ਼ੀਨਤ ਆਪਾ ਕਹਾਣੀ ਨਾਲ ਸੰਬੰਧ ਰੱਖਦੀਆਂ ਹਨ, ਜਿਹੜੀ ਕਿ ਇੱਕ ਅਜਿਹੀ ਮਾਂ ਦੀ ਕਹਾਣੀ ਸਾਡੇ ਸਾਹਮਣੇ ਬਿਆਨ ਕਰਦੀਆਂ ਆ ਜਿਸ ਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਹਾਲਾਂਕਿ ਜ਼ੀਨਤ ਜਿਹੜੀ ਹੈ ਆਪਣੇ ਨਿੱਜੀ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਉਹ ਆਪਣਾ ਜਿਹੜਾ ਹੈ ਜਿਸ ਬੰਦੇ ਨਾਲ ਉਹਦਾ ਵਿਆਹ ਹੋਇਆ ਸੀ ਉਹਦੇ ਨਾਲ ਉਹਦੀ ਦਿਲੀ ਕੋਈ ਸਾਂਝ ਵੀ ਨਹੀਂ ਸੀ, ਪਰ ਫਿਰ ਵੀ ਉਹਨੇ ਆਪਣੇ ਮਾਂ ਧਰਮ ਨੂੰ ਬਾਖੂਬੀ ਨਿਭਾਇਆ ਤੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਠੀਕ ਹੈ। ਇਹ ਜ਼ੀਨਤ ਕਿਹੋ ਜਿਹੀ ਮਾਂ ਸੀ, ਇਹ ਜਿਹੜਾ ਹੈ ਖਾਸ ਕੁਐਸਚਨ ਹੈ ਕਿ ਜ਼ੀਨਤ ਜਿਹੜੀ ਹੈ ਕਿਹੋ ਜਿਹੀ ਮਾਂ ਸਾਬਿਤ ਹੋਈ ਹੈ। ਸੋ ਇਹਦਾ ਜਿਹੜਾ ਹੈ ਮੈਂ ਥੋੜ੍ਹਾ ਜਿਹਾ ਤੁਹਾਨੂੰ ਹਿੰਟ ਦਿੱਤਾ, ਲਿਖਿਆ ਹੋਇਆ ਆ, ਦੱਸ ਦਿੰਦੀ ਹਾਂ ਕਿ ਜ਼ੀਨਤ ਜਿਹੜੀ ਹੈ ਇੱਕ ਅਜਿਹੀ ਮਾਂ ਸੀ ਜਿਸ ਦੇ 7 ਦੇ 7 ਬੱਚੇ ਸਾਫ ਸੁਥਰੇ,
ਸੋਹਣੇ ਸੁਨੱਖੇ ਸਨ। ਉਸਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਕੋਈ ਕਸਰ ਨਹੀਂ ਛੱਡੀ। ਪਤੀ ਦੇ ਮਾੜੇ ਸਾਏ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਿਆ। ਉਸਦੇ ਬੱਚੇ ਸਲੀਕੇ ਦੇ ਨਾਲ ਭਰੇ ਹੋਏ ਸਨ। ਜੇ ਕਦੀ ਕਿਸੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਉਹ ਝੱਲੀ ਹੋਈ ਬੱਚੇ ਨੂੰ ਪੁੱਛੜ ਲੈ ਕੇ ਬੈਠੀ ਰਹਿੰਦੀ, ਦਵਾ ਦਾਰੂ ਕਰਦੀ, ਮੰਨਤਾਂ ਮੰਗਦੀ, ਦਾਨ ਪੁੰਨ ਕਰਦੀ, ਬੱਚਿਆਂ ਨੂੰ ਪੜ੍ਹਾਉਣ ਲਈ ਖੁਦ ਪੜ੍ਹਦੀ ਰਹਿੰਦੀ। ਇਸ ਤਰ੍ਹਾਂ ਉਹ ਇੱਕ ਚੰਗੀ ਮਾਂ ਸਾਬਿਤ ਹੋਈ ਹੈ। ਸੋ ਤੁਸੀਂ ਇਹ 'ਚ ਦੱਸਣਾ ਹੈ ਕਿ ਜ਼ੀਨਤ ਜਿਹੜੀ ਹੈ ਇੱਕ ਅਜਿਹੀ ਮਾਂ ਸੀ ਜਿਸਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਉਹਦੇ 7 ਦੇ 7 ਬੱਚੇ ਬੜੇ ਹੀ ਸੋਹਣੇ ਸੁਨੱਖੇ ਸਾਫ ਸੁਥਰੇ। ਔਰ ਇਹ 'ਚ ਜਿਹੜਾ ਹੈ ਤੁਸੀਂ ਇਹ ਵੀ ਲਿਖਣਾ ਹੈ ਕਿ ਉਹਦੀ ਛੋਟੀ ਜਿਹੜੀ ਕੁੜੀ ਆ ਤਾਂ ਬਿਲਕੁਲ ਗੁੱਡੀ ਦੇ ਵਾਂਗ ਲੱਗਦੀ ਸੀ। ਉਹਦੇ ਬੱਚਿਆਂ ਦਾ ਜਿਹੜਾ ਹੈ ਬੈਠਣ ਉੱਠਣ ਦਾ ਸਲੀਕਾ ਦੇਖ ਕੇ ਜਿਹੜੇ ਪਿੰਡ ਦੇ ਲੋਕ ਸੀ ਉਹ ਮੂੰਹ ਦੇ ਵਿੱਚ ਉਂਗਲਾਂ ਪਾ ਲੈਂਦੇ ਸੀ, ਹੈਰਾਨ ਹੁੰਦੇ ਸੀ ਕਿ ਇੱਕ ਪਾਸੇ ਜ਼ੀਨਤ ਦਾ ਪਤੀ ਹੈ ਐਬੀ ਤੇ ਸ਼ਰਾਬੀ, ਪਰ ਦੂਸਰੇ ਪਾਸੇ ਉਹਦੇ ਜਿਹੜੇ ਬੱਚੇ ਆ ਉਹ ਗੁਣਾਂ ਦੇ ਗੁੱਥੇ ਆ, ਗੁਣਾਂ ਦੇ ਨਾਲ ਭਰੇ ਹੋਏ ਆ। ਔਰ ਜ਼ੀਨਤ ਨੇ ਜਿਹੜਾ ਹੈ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਵੀ ਕੋਈ ਕਸਰ ਨਹੀਂ ਛੱਡੀ। ਜੇ ਕਿਸੇ ਵੀ ਬੱਚੇ ਨੂੰ ਬੁਖਾਰ ਹੋ ਜਾਂਦਾ, ਮੱਥਾ ਤੱਤਾ ਹੋ ਜਾਂਦਾ ਤਾਂ ਉਹ ਗੁੱਡੀ ਲੈ ਕੇ ਬੈਠੀ ਰਹਿੰਦੀ, ਉਹਨਾਂ ਦੀ ਦਵਾ ਦਾਰੂ ਕਰਦੀ, ਮੰਨਤਾਂ ਮੰਗਦੀ ਔਰ ਜਿਹੜਾ ਹੈ ਦਾਨ ਪੁੰਨ ਕਰਦੀ ਰਹਿੰਦੀ ਤਾਂ ਕਿ ਉਹਦਾ ਬੱਚਾ ਜਿਹੜਾ ਹੈ ਉਹ ਠੀਕ ਹੋ ਜਾਵੇ। ਔਰ ਜ਼ੀਨਤ ਨੇ ਜਿਹੜੀ ਹੈ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਉਹਦਾ ਜਿਹੜਾ ਹੈ ਉਹ ਆਪਣੇ ਵਿਆਹਿਤ ਜੀਵਨ ਤੋਂ ਖੁਸ਼ ਨਹੀਂ ਸੀ, ਪਰ ਉਹਨੇ ਇਸ ਚੀਜ਼ ਦਾ ਜਿਹੜਾ ਹੈ ਸਾਇਆ ਆਪਣੇ ਬੱਚਿਆਂ ਦੇ ਉੱਪਰ ਨਹੀਂ ਪੈਣ ਦਿੱਤਾ। ਇਸ ਕਰਕੇ ਜ਼ੀਨਤ ਜਿਹੜੀ ਹੈ ਉਹ ਇੱਕ ਚੰਗੀ ਮਾਂ ਸਾਬਿਤ ਹੋਈ ਹੈ। ਦਰਦਨਾਕ ਵਿਅਹੁਤਾ ਜੀਵਨ ਦੇ ਕਾਰਨ ਵੀ ਉਸਦੇ ਬੱਚੇ ਕਿਹੋ ਜਿਹੇ ਸਨ। ਥੋੜਾ ਜਿਹਾ ਚ ਤੁਸੀਂ ਲਿਖਣਾ ਦਰਦਨਾਕ ਵਿਅਹੁਤਾ ਜੀਵਨ। ਇਹਦਾ ਤੁਸੀਂ ਲਿਖਣਾ ਆ ਕਿ ਜਿਹੜਾ ਜ਼ੀਨਤ ਦਾ ਵਿਅਹੁਤਾ ਜੀਵਨ ਸੀ ਉਹ ਬਿਲਕੁਲ ਦਰਦਨਾਕ ਸੀ। ਕਿਉਂਕਿ ਉਹਦਾ ਜਿਹੜਾ ਪਤੀ ਸੀ ਉਹ ਐਬੀ ਤੇ ਸ਼ਰਾਬੀ ਸੀ, ਜਿਹਨੂੰ ਆਪਣੀ ਪਤਨੀ ਦੀਆਂ ਭਾਵਨਾਵਾਂ ਦੀ ਕੋਈ ਵੀ ਕਦਰ ਨਹੀਂ ਸੀ। ਉਹਨੇ ਮਹਿਜ਼ ਜਿਹੜੀ ਹੈ ਜ਼ੀਨਤ ਨੂੰ ਬੱਚੇ ਜੰਮਣ ਵਾਲੀ ਮਸ਼ੀਨ ਸਮਝਿਆ ਹੋਇਆ ਸੀ। ਇਸ ਕਰਕੇ ਉਹਨੇ ਜ਼ੀਨਤ ਦੀਆਂ ਭਾਵਨਾਵਾਂ ਦਾ ਕਦੀ ਮੁੱਲ ਹੀ ਨਹੀਂ ਪਾਇਆ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਜ਼ੀਨਤ ਦੇ ਬੱਚੇ ਸੀਗੇ ਨਾ, 7 ਬੱਚੇ ਸੀ ਔਰ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਉਹਨੇ ਕੋਈ ਕਸਰ ਨਹੀਂ ਛੱਡੀ, ਕਿਉਂਕਿ ਉਹਦੇ 7 ਦੇ 7 ਬੱਚੇ ਜਿਹੜੇ ਆ ਨਾ ਉਹ ਸਾਫ ਸੁਥਰੇ ਸੋਹਣੇ ਤੇ ਉੱਚੇ ਲੰਬੇ ਬਿਲਕੁਲ ਜ਼ੀਨਤ ਵਰਗੇ ਸੀ। ਔਰ ਉਹਦੇ ਬੱਚੇ ਜਿਹੜੇ ਆ ਪੜ੍ਹਾਈ ਦੇ ਵਿੱਚ ਵੀ ਅੱਗੇ ਸੀ, ਖੇਡਾਂ ਦੇ ਵਿੱਚ ਵੀ ਅੱਗੇ ਸੀ, ਸਲੀਕੇ ਦੇ ਨਾਲ ਭਰੇ ਹੋਏ ਸੀ। ਉਹਨਾਂ ਨੂੰ ਜਿਹੜਾ ਆ ਪੜ੍ਹਾਉਣ ਦੇ ਵਿੱਚ ਜ਼ੀਨਤ ਨੇ ਕੋਈ ਕਸਰ ਨਹੀਂ ਛੱਡੀ। ਔਰ ਉਹਦੇ ਬੱਚਿਆਂ ਦਾ ਗੱਲਬਾਤ ਕਰਨ ਦਾ ਤਰੀਕਾ, ਉੱਠਣ ਬੈਠਣ ਦਾ ਤਰੀਕਾ ਦੇਖ ਕੇ ਪਿੰਡ ਦੇ ਲੋਕ ਹੈਰਾਨ ਹੁੰਦੇ ਸਨ ਕਿ ਇੱਕ ਪਾਸੇ ਜਿਹੜਾ ਹੈ ਜ਼ੀਨਤ ਦਾ ਪਤੀ ਜਿਹੜਾ ਕਿ ਮਾੜੀਆਂ ਆਦਤਾਂ ਦਾ ਸ਼ਿਕਾਰ ਹੈ, ਪਰ ਦੂਸਰੇ ਪਾਸੇ ਜ਼ੀਨਤ ਦੇ ਬੱਚੇ ਆ ਜਿਹੜੇ ਕਿ ਹੋਣਹਾਰ ਤੇ ਗੁਣਾਂ ਦੇ ਨਾਲ ਭਰੇ ਹੋਏ ਆ, ਜਿਨ੍ਹਾਂ ਦੇ ਉੱਪਰ ਆਪਣੇ ਬਾਪ ਦੇ ਮਾੜੇ ਗੁਣਾਂ ਦਾ ਕੋਈ ਵੀ ਸਾਇਆ ਨਹੀਂ ਹੈ। ਸੋ ਦਰਦਨਾਕ ਵਿਅਹੁਤਾ ਜੀਵਨ ਦੇ ਬਾਵਜੂਦ ਵੀ ਜ਼ੀਨਤ ਦੇ ਜਿਹੜੇ ਬੱਚੇ ਸੀ ਉਹ ਗੁਣਾਂ ਦੇ ਨਾਲ ਭਰੇ ਹੋਏ ਸਨ। ਲਾਸਟ ਹੈ ਜ਼ੀਨਤ ਦੇ ਕਿੰਨੇ ਬੱਚੇ ਸੀ। ਸੋ ਜ਼ੀਨਤ ਦੇ ਬੇਟਾ 7 ਬੱਚੇ ਸੀ ਤੇ ਉਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਕੀ ਉਸਦੇ ਪਤੀ ਨੇ ਕੋਈ ਸਹਾਇਤਾ ਕੀਤੀ। ਸਭ ਤੋਂ ਪਹਿਲਾਂ ਤੁਸੀਂ ਲਿਖਣਾ ਹੈ ਨਹੀਂ, ਕਿ ਜ਼ੀਨਤ ਦੇ ਪਤੀ ਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਕੋਈ ਵੀ ਸਹਾਇਤਾ ਨਹੀਂ ਕੀਤੀ। ਫਿਰ ਤੁਸੀਂ ਇਹਦਾ ਰੀਜ਼ਨ ਦੱਸਣਾ ਕਿ ਕਿਉਂ। ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਜ਼ੀਨਤ ਦਾ ਪਤੀ ਹੈ ਉਹ ਇੱਕ ਗੈਰ ਜ਼ਿੰਮੇਵਾਰ ਪਿਤਾ ਸੀ, ਜਿਹਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਬਿਲਕੁਲ ਵੀ ਅਹਿਸਾਸ ਨਹੀਂ ਸੀ। ਉਹਨੇ ਜਿਹੜਾ ਹੈ ਸਿਰਫ ਜ਼ੀਨਤ ਨੂੰ ਵਰਤਿਆ, ਬੱਚੇ ਜੰਮਣ ਵਾਲੀ ਮਸ਼ੀਨ ਸਮਝਿਆ, ਪਰ ਬੱਚਿਆਂ ਦੇ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਬਿਲਕੁਲ ਵੀ ਉਹਨੇ ਨਹੀਂ ਨਿਭਾਇਆ। ਕਿਉਂਕਿ ਉਹ ਸਾਰਾ ਦਿਨ ਵਿਹਲਾ ਰਹਿੰਦਾ ਸੀ, ਸ਼ਰਾਬ ਪੀਂਦਾ ਸੀ, ਸਿਗਰਟ ਦੇ ਗੋਲ ਚੱਕਰ ਬਣਾ ਕੇ ਗਲੀਆਂ ਦੇ ਵਿੱਚ ਵਿਹਲਾ ਘੁੰਮਣਾ ਉਹਦੀ ਆਦਤ ਸੀ। ਪਿਓ ਦਾਦੇ ਦੀ ਜਾਇਦਾਦ ਨੂੰ ਭੋਰਾ ਕਰਕੇ ਉਹ ਬਰਬਾਦ ਕਰ ਰਿਹਾ ਸੀ। ਕੋਈ ਕੰਮ ਧੰਦਾ ਨਹੀਂ ਸੀ ਕਰਦਾ, ਨਾ ਹੀ ਉਹ ਪੜ੍ਹਿਆ ਲਿਖਿਆ ਸੀ। ਇਸ ਕਰਕੇ ਉਹਦਾ ਪਤੀ ਜਿਹੜਾ ਹੈ ਉਹ ਮਾੜੀਆਂ ਆਦਤਾਂ ਦਾ ਸ਼ਿਕਾਰ ਸੀ, ਐਬੀ ਸੀ। ਔਰ ਉਹਨੇ ਜ਼ੀਨਤ ਦੀ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਕੋਈ ਵੀ ਸਹਾਇਤਾ ਨਹੀਂ ਕੀਤੀ। ਜ਼ੀਨਤ ਜਿਹੜੀ ਹੈ ਉਹ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਅਜਿਹਾ ਉਲਝੀ ਸੀ ਕਿ ਉਹਨੂੰ ਸਾਲ ਬੀਤ ਜਾਂਦਾ ਸੀ, ਉਹ ਆਪਣੇ ਅੱਬਾ ਦੇ ਘਰ ਨਹੀਂ ਜਾਂਦੀ ਸੀ, ਪਰ ਫਿਰ ਵੀ ਜਿਹੜਾ ਹੈ ਉਹਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਇਆ ਤੇ ਆਪਣੇ ਜਿਹੜਾ ਹੈ
ਉਹਦੇ ਪਤੀ ਨੇ ਇਸ ਕੰਮ ਦੇ ਵਿੱਚ ਉਹਦੀ ਕੋਈ ਵੀ ਸਹਾਇਤਾ ਨਹੀਂ ਕੀਤੀ। ਸੋ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਇਹਦਾ ਆਨਸਰ ਬਣਾਓਗੇ। ਇਸ ਤੋਂ ਇਲਾਵਾ ਬੇਟਾ ਤੁਸੀਂ ਇਹਦੇ ਵਿੱਚ ਜਿਹੜਾ ਹੈ ਇਹ ਕੁਐਸਚਨ ਜ਼ਰੂਰ ਕਰਨੇ ਹੈ। ਸਭ ਤੋਂ ਪਹਿਲਾਂ ਹੈ ਕਿ ਜ਼ੀਨਤ ਜਿਹੜੀ ਹੈ ਆਪਾਂ ਕਹਾਣੀ ਵਿੱਚ ਜ਼ੀਨਤ ਕਿਹੋ ਜਿਹੀ ਧੀ, ਭੈਣ ਤੇ ਮਾਂ ਸਾਬਿਤ ਹੋਈ ਹੈ। ਮਾਂ ਆਪਾਂ ਕਰ ਲਿਆ ਆ, ਤੇ ਭੈਣ ਤੇ ਜਿਹੜੀ ਧੀ ਹੈ ਉਹ ਜ਼ਰੂਰ ਕਰਨਾ ਤੁਸੀਂ ਕਿੱਦਾਂ ਦੀ ਸੀ। ਜ਼ੀਨਤ ਕਹਾਣੀ ਦੀ ਮੁੱਖ ਪਾਤਰ ਹੈ। ਇਸ ਕਹਾਣੀ ਵਿੱਚ ਜ਼ੀਨਤ ਇੱਕ ਚੰਗੀ ਧੀ, ਭੈਣ ਤੇ ਮਾਂ ਸਾਬਿਤ ਹੋਈ ਹੈ। ਉਹ ਇੱਕ ਅਜਿਹੀ ਧੀ ਸੀ ਜਿਸ ਨੇ ਆਪਣੇ ਅੱਬਾ ਦੀ ਇੱਜ਼ਤ ਖਾਤਰ ਆਪਣੇ ਨਿੱਜੀ ਅਰਮਾਨਾਂ ਦਾ ਕਤਲ ਕਰ ਦਿੱਤਾ, ਮਤਲਬ ਆਪਣੀਆਂ ਨਿੱਜੀ ਖੁਸ਼ੀਆਂ ਉਹਨੇ ਛੱਡ ਦਿੱਤੀਆਂ। ਉਸਨੇ ਆਪਣੇ ਅੱਬਾ ਦੁਆਰਾ ਲੱਭੇ ਸਾਕ ਵਿਰੁੱਧ ਕੋਈ ਆਵਾਜ਼ ਨਹੀਂ ਉਠਾਈ। ਉਹਦੇ ਅੱਬਾ ਨੇ ਜਿਹੜਾ ਸਾਕ ਲੱਭਿਆ ਸੀ, ਰਿਸ਼ਤਾ ਲੱਭਿਆ ਸੀ, ਉਹਨੇ ਉਹ ਖੁਸ਼ੀ-ਖੁਸ਼ੀ ਸਵੀਕਾਰ ਕੀਤਾ, ਕੋਈ ਵਿਰੋਧ ਨਹੀਂ ਕੀਤਾ ਉਹਨੇ, ਤੇ ਚੁੱਪਚਾਪ ਸਹੁਰੇ ਘਰ ਤੁਰ ਗਈ। ਇਸ ਕਰਕੇ ਉਹ ਇੱਕ ਚੰਗੀ ਧੀ ਸਾਬਿਤ ਹੋਈ ਆ। ਭੈਣ ਕਿੱਦਾਂ ਦੀ ਸੀ? ਉਹ ਇੱਕ ਅਜਿਹੀ ਭੈਣ ਸੀ ਜਿਸ ਨੇ ਆਪਣੇ ਭਰਾ ਦੀ ਖੁਸ਼ੀ ਲਈ ਆਪਣੇ ਵੱਲੋਂ ਫੂਹੀ ਕਰਕੇ ਜੋੜੇ ਪੈਸੇ ਕੁਰਬਾਨ ਕਰ ਦਿੱਤੇ ਤੇ ਆਪਣੇ ਭਰਾ ਦਾ ਹਰ ਸ਼ੌਂਕ ਪੂਰਾ ਕੀਤਾ। ਕਿਉਂਕਿ ਉਹਦਾ ਜਿਹੜਾ ਭਰਾ ਸੀ ਉਹਨੂੰ ਕਵਾਲੀਆਂ ਸੁਣਨ ਦਾ, ਨੱਟਾਂ ਦੀ ਰਾਸ ਵੇਖਣ ਦਾ ਤੇ ਜਿਹੜੀ ਖਾਨਾ ਬਦੋਸ਼ ਔਰਤਾਂ ਨੇ ਉਹਨਾਂ ਦਾ ਨਾਚ ਗਾਣਾ ਵੇਖਣ ਦਾ ਬਹੁਤ ਸ਼ੌਂਕ ਸੀ। ਔਰ ਉਹਦੇ ਇਹ ਸਾਰੇ ਸ਼ੌਂਕ ਪੂਰੇ ਕਰਨ ਦੇ ਲਈ ਜ਼ੀਨਤ ਜਿਹੜੀ ਹੈ ਉਹਨੂੰ ਕੀ ਕਰਦੀ ਸੀ, ਆਪਣੇ ਵੱਲੋਂ ਜੋੜੇ ਹੋਏ 5 ਰੁਪਏ ਦਿੰਦੀ ਸੀ ਤਾਂ ਕਿ ਉਹਦੇ ਭਰਾ ਦੇ ਸ਼ੌਂਕ ਪੂਰੇ ਹੋ ਸਕਣ। ਸੋ ਜ਼ੀਨਤ ਜਿਹੜੀ ਹੈ ਇੱਕ ਚੰਗੀ ਧੀ ਵੀ ਸਾਬਿਤ ਹੋਈ ਹੈ ਔਰ ਇੱਕ ਚੰਗੀ ਭੈਣ ਵੀ ਸਾਬਿਤ ਹੋਈ ਹੈ, ਤੇ ਮਾਂ ਤਾਂ ਇੱਕ ਚੰਗੀ ਸੀ ਕਿਉਂਕਿ ਉਹਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਠੀਕ ਹੈ। ਸੋ ਉਸ ਤੋਂ ਬਾਅਦ ਬੇਟਾ ਤੁਸੀਂ ਜਿਹੜਾ ਹੈ ਇੱਕ ਕੁਐਸਚਨ ਇਹਦੇ 'ਚ ਅਗਲਾ ਹੈ, ਜ਼ੀਨਤ ਆਪਾ ਦੀ ਤੁਲਨਾ ਕਿਸ ਨਾਲ ਕੀਤੀ ਗਈ ਤੇ ਕਿਉਂ? ਇਹ ਆਲਰੇਡੀ ਤੁਹਾਡਾ ਜਿਹੜਾ ਹੈ ਵਰਕਬੁੱਕ ਦੇ ਵਿੱਚ ਆਨਸਰ ਲਿਖਿਆ ਹੋਇਆ ਹੈ। ਆਹ ਕੁਐਸਚਨ ਤੁਸੀਂ ਜ਼ਰੂਰ ਕਰਨਾ ਆ। ਵਿਆਹ ਤੋਂ ਬਾਅਦ ਜ਼ੀਨਤ ਆਪਾ ਦਾ ਜੀਵਨ ਕਿਵੇਂ ਬਦਲ ਗਿਆ, ਕੀ ਚੇਂਜਸ ਆਈਆਂ ਸੀ? ਵਿਆਹ ਤੋਂ ਬਾਅਦ ਜ਼ੀਨਤ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਉਸ ਦਾ ਜੀਵਨ ਇਸ ਪ੍ਰਕਾਰ ਬਣ ਗਿਆ ਜਿਵੇਂ ਕਿਸੇ ਆਜ਼ਾਦ ਉੱਡ ਰਹੇ ਪੰਛੀ ਨੂੰ ਧਰਤੀ ਤੇ ਪਟਕਾ ਦਿੱਤਾ ਗਿਆ ਹੋਵੇ ਤੇ ਉਹ ਉੱਠਣ ਜੋਗਾ ਹੀ ਨਾ ਰਿਹਾ ਹੋਵੇ। ਉਸ ਦਾ ਪਤੀ ਉਸ ਨਾਲ ਬਿਲਕੁਲ ਮੇਲ ਨਹੀਂ ਸੀ ਖਾਂਦਾ। ਮਾੜੀਆਂ ਆਦਤਾਂ ਦਾ ਸ਼ਿਕਾਰ ਹੋਣ ਕਰਕੇ ਉਸਨੇ ਜ਼ੀਨਤ ਨੂੰ ਬੱਚੇ ਜੰਮਣ ਵਾਲੀ ਮਸ਼ੀਨ ਬਣਾ ਛੱਡਿਆ ਸੀ। ਜ਼ੀਨਤ ਸਾਰਾ ਦਿਨ ਬੱਚਿਆਂ ਦੇ ਖਲਜਗਨ ਵਿੱਚ ਉਲਝੀ, ਸਾਲ ਪੇਕੇ ਨਾ ਜਾ ਪਾਉਂਦੀ। ਉਸਨੇ ਪਤੀ ਨੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜ਼ੀਨਤ ਦੀ ਕੋਈ ਸਹਾਇਤਾ ਨਹੀਂ ਕੀਤੀ। ਇਸ ਤਰ੍ਹਾਂ ਉਸਦੀ ਜ਼ਿੰਦਗੀ ਘਰੇਲੂ ਜ਼ਿੰਮੇਵਾਰੀਆਂ ਦੇ ਵਿੱਚ ਪੂਰੀ ਤਰ੍ਹਾਂ ਉਲਝ ਗਈ ਸੀ। ਵਿਚਾਰੀ ਗ੍ਰਸਤ ਜੀਵਨ ਦੇ ਵਿੱਚ ਹੀ ਉਲਝ ਗਈ ਸੀ। ਫਿਰ ਹੈ ਜ਼ੀਨਤ ਆਪਾ ਦੇ ਆਪਣੇ ਪਤੀ ਬਾਰੇ ਕੀ ਵਿਚਾਰ ਸਨ। ਇਹ ਥੋੜ੍ਹੇ ਜਿਹਾ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ ਪਰ ਮੈਂ ਥੋੜ੍ਹਾ ਇਹਨੂੰ ਐਡ ਕੀਤਾ ਹੈ। ਸੋ ਦੇਖੋ ਇਹ 'ਚ ਮੈਂ ਕਿਹੜੇ ਪੁਆਇੰਟਸ ਐਡ ਕੀਤੇ ਆ। ਜ਼ੀਨਤ ਦਾ ਰਿਸ਼ਤਾ ਉਸਦੀ ਮਰਜ਼ੀ ਨਹੀਂ ਸੀ ਕਿਉਂਕਿ ਉਹ ਰਿਸ਼ਤਾ ਦੇ ਅੱਬਾ ਨੇ ਜੋੜਿਆ ਸੀ, ਉਹਦੀ ਮਰਜ਼ੀ ਨਾਲ ਨਹੀਂ ਸੀ ਹੋਇਆ। ਉਸਨੇ ਸਿਰਫ ਆਪਣੇ ਅੱਬਾ ਦੀ ਖੁਸ਼ੀ ਤੇ ਇੱਜ਼ਤ ਖਾਤਰ ਇਸ ਰਿਸ਼ਤੇ ਨੂੰ ਸਵੀਕਾਰ ਕੀਤਾ ਸੀ, ਜਿਸ ਕਾਰਨ ਉਹ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਉਸਨੇ ਕਦੀ ਆਪਣੇ ਪਤੀ ਨੂੰ ਪਤੀ ਦੇ ਰੂਪ ਵਿੱਚ ਸਵੀਕਾਰ ਨਹੀਂ ਸੀ ਕੀਤਾ। ਉਹ ਆਖਦੀ ਸੀ ਕਿ ਉਸਦਾ ਪਤੀ ਉਸਦੀ ਮਰਜ਼ੀ ਤੋਂ ਬਿਨਾਂ ਸਿਰਫ ਉਸਦਾ ਘਰ ਵਾਲਾ ਹੋ ਸਕਦਾ ਆ, ਉਸਦੇ ਬੱਚਿਆਂ ਦਾ ਪਿਓ ਹੋ ਸਕਦਾ ਹੈ, ਪਰ ਉਸਦਾ ਦਿਲ ਵਾਲਾ ਨਹੀਂ ਹੋ ਸਕਦਾ। ਦਿਲ ਵਾਲਾ ਮਤਲਬ ਕਿ ਉਹਦੇ ਪਤੀ ਨਾਲ ਦਿਲ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ। ਦਿਲੋਂ ਉਹਨੂੰ ਪਤੀ ਕਦੀ ਮੰਨਿਆ ਹੀ ਨਹੀਂ ਸੀ, ਸਿਰਫ ਦੁਨੀਆ ਦੀਆਂ ਨਜ਼ਰਾਂ ਵਿੱਚ ਉਹਦਾ ਘਰ ਵਾਲਾ ਸੀ। ਉਹਦਾ ਰਿਸ਼ਤਾ ਸਿਰਫ ਦੁਨਿਆਵੀ ਸੀ ਪਰ ਦਿਲੋਂ ਉਹਦੀ ਆਪਣੇ ਪਤੀ ਦੇ ਨਾਲ ਕੋਈ ਵੀ ਸਾਂਝ ਨਹੀਂ ਸੀ। ਉਹ ਕਦੀ ਵੀ ਉਸਦੇ ਦਿਲ ਦੇ ਤਖਤ ਹਜ਼ਾਰੇ ਦਾ ਰਾਂਝਾ ਨਹੀਂ ਬਣ ਸਕਦਾ। ਜ਼ੀਨਤ ਕਦੀ ਵੀ ਉਸ ਬੰਦੇ ਦੀ ਪਤਨੀ ਬਣੀ ਹੀ ਨਹੀਂ। ਉਸਨੇ ਸਿਰਫ ਅੱਬਾ ਦੀ ਖਾਤਰ ਇਸ ਰਿਸ਼ਤੇ ਨੂੰ ਨਿਭਾਇਆ। ਉਹਦੇ ਅੱਬਾ ਨੇ ਇਹ ਰਿਸ਼ਤਾ ਜੋੜਿਆ ਸੀ, ਇਸ ਕਰਕੇ ਇਹ ਰਿਸ਼ਤਾ ਸਿਰਫ ਉਹਨੇ ਆਪਣੀ ਜਿਹੜੀ ਹੈ ਦੁਨੀਆ ਦੀਆਂ ਨਜ਼ਰਾਂ ਵਿੱਚ ਨਿਭਾਇਆ ਪਰ ਦਿਲੋਂ ਉਹਨੇ ਆਪਣੇ ਪਤੀ ਨੂੰ ਕਦੀ ਵੀ ਪਤੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ। ਆਹ ਕੁਐਸਚਨ ਹੋ ਚੁੱਕਾ ਆ ਕਿ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਉਸਦੇ ਪਤੀ ਨੇ ਕੋਈ ਸਹਾਇਤਾ ਕੀਤੀ। ਇਹ ਜਿਹੜਾ ਹੈ ਤੁਹਾਨੂੰ ਮੈਂ ਸਮਝਾ ਦਿੱਤਾ ਆ ਕਿ ਉਹਦਾ ਪਤੀ ਜਿਹੜਾ ਹੈ ਉਹ ਜ਼ੀਨਤ ਦਾ ਪਤੀ ਵੇਲੜ ਤੇ ਮਾੜੀਆਂ ਆਦਤਾਂ ਦਾ ਸ਼ਿਕਾਰ ਆਦਮੀ ਸੀ। ਉਹ ਸਾਰਾ ਦਿਨ ਵਿਹਲਾ ਰਹਿੰਦਾ, ਸਿਗਰਟ ਬੀੜੀ ਸ਼ਰਾਬ ਪੀਣੀ ਤੇ ਧੂਏ ਦੇ ਗੋਲ ਚੱਕਰ ਬਣਾਉਣੇ ਫਿਰਨਾ, ਬਸ ਇਹੀ ਕੰਮ ਸੀ। 4 ਜਮਾਤਾਂ ਉਸਨੇ ਪਾਸ ਨਹੀਂ ਸੀ ਕੀਤੀਆਂ। ਮਿੱਠਾ ਖਾ ਕੇ ਉਹਦੇ ਦੰਦ ਖਰਾਬ ਹੋ ਚੁੱਕੇ ਸਨ, ਅੱਖਾਂ ਕਮਜ਼ੋਰ ਹੋ ਚੁੱਕੀਆਂ ਸਨ। ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜ਼ੀਨਤ ਦੇ ਪਤੀ ਨੇ ਉਸਦੀ ਕੋਈ ਸਹਾਇਤਾ ਨਹੀਂ ਕੀਤੀ। ਉਸਨੇ ਜ਼ੀਨਤ ਨੂੰ ਬੱਚੇ ਜੰਮਣ ਵਾਲੀ ਮਸ਼ੀਨ ਬਣਾ ਛੱਡਿਆ ਸੀ। ਜ਼ੀਨਤ ਇਕੱਲੀ ਬੱਚਿਆਂ ਦੇ ਖਲਜਗਨ ਵਿੱਚ ਉਲਝੀ ਰਹਿੰਦੀ।
ਉਸਨੇ ਜ਼ੀਨਤ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਅਸਲ ਵਿੱਚ ਉਹ ਗੈਰ ਜ਼ਿੰਮੇਵਾਰ ਪਿਤਾ ਤੇ ਪਤੀ ਸੀ। ਠੀਕ ਹੈ, ਸੋ ਆ ਜਿਹੜੀ ਹੈ ਬੇਟਾ ਮੈਂ ਜ਼ੀਨਤ ਦੀ ਪਾਤਰ ਉਸਾਰੀ ਲਿਖੀ ਹੋਈ ਹੈ। ਸਭ ਤੋਂ ਪਹਿਲਾਂ ਜਾਣ ਪਛਾਣ ਕਿ ਜ਼ੀਨਤ ਜਿਹੜੀ ਹੈ ਉਹ ਇਸ ਕਹਾਣੀ ਦੀ ਮੁੱਖ ਪਾਤਰ ਹੈ, ਉਹਦੇ ਰਾਈਟਰ ਦਾ ਨਾਮ ਲਿਖੋ ਤੇ ਦੱਸੋ ਕਿ ਜ਼ੀਨਤ ਜਿਹੜੀ ਹੈ ਉਹ ਇੱਕ ਚੰਗੀ ਮਾਂ, ਧੀ ਤੇ ਭੈਣ ਸਾਬਿਤ ਹੋਈ ਹੈ। ਸੋਹਣੀ ਸੁਨੱਖੀ ਸੀ। ਠੀਕ ਹੈ, ਖਾਣ ਪੀਣ ਦੀ ਸ਼ੌਕੀਨ ਸੀ, ਮੈਂ ਹੈਡਿੰਗਸ ਲਿਖੇ ਹੋਇਆ। ਸਭ ਦੀ ਲਾਡਲੀ ਸੀ, ਘਰਦਿਆਂ ਦੀ ਵੀ ਤੇ ਪਿੰਡ ਦੀ ਵੀ। ਨੱਚਣ ਗਾਉਣ ਦੀ ਸ਼ੌਕੀਨ ਸੀ, ਆਪ ਮੁਹਾਰਾ ਪੰਛੀ ਸੀ। ਇੱਕ ਚੰਗੀ ਧੀ ਸੀ, ਇੱਕ ਚੰਗੀ ਭੈਣ ਸੀ, ਇੱਕ ਚੰਗੀ ਮਾਂ ਸੀ ਤੇ ਆਪਣੇ ਰਿਸ਼ਤੇ ਤੋਂ ਉਹ ਨਾਖੁਸ਼ ਸੀ। ਜੇ ਤੁਹਾਨੂੰ ਜੇ ਪਾਤਰ ਉਸਾਰੀ ਆਉਂਦੀ ਨਾ ਜ਼ੀਨਤ ਆਪਾ ਦੀ, ਤਾਂ ਫਿਰ ਤੁਸੀਂ ਜਿਹੜਾ ਹੈ ਇਹਨਾਂ ਪੁਆਇੰਟਸ ਨੂੰ ਐਕਸਪਲੇਨ ਕਰਨਾ ਹੈ। ਠੀਕ ਹੈ, ਸੋ ਇਹ ਜਿਹੜੀ ਹੈ ਕਹਾਣੀ ਦੇ ਕੁਐਸਚਨਸ ਤੁਸੀਂ ਸਮਝਣੇ ਆ ਚੰਗੀ ਤਰ੍ਹਾਂ, ਤੇ ਜਿਹੜੀ ਕਹਾਣੀ ਤੁਸੀਂ ਹੋਰ ਚਾਹੁੰਦੇ ਹੋ ਕਿ ਬਣੇ ਉਹਦਾ ਜਿਹੜਾ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਸੇਜ ਕਰਨਾ ਹੈ ਤਾਂ ਕਿ ਅਗਲੀ ਜਿਹੜੀ ਹੈ ਵੀਡੀਓ ਉਹਦੀ ਬਣੇ। ਠੀਕ ਹੈ, ਥੈਂਕ ਯੂ।